ਬੱਚਿਓ, ਅੱਜ ਆਪਾਂ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਛੱਤੋ ਦੀ ਬੇਰੀ ਪੜ੍ਹਾਂਗੇ। ਪ੍ਰੋਫੈਸਰ ਮੋਹਨ ਸਿੰਘ ਜੀ ਦਾ ਜਨਮ 20 ਅਕਤੂਬਰ 1905 ਈਸਵੀ ਨੂੰ ਮਰਦਾਨ ਵਿਖੇ ਸੂਬਾ ਸਰਹੰਦ ਵਿੱਚ ਹੋਇਆ। ਆਪ ਦਾ ਜੱਦੀ ਪਿੰਡ ਧਮਿਆਲ ਸੀ, ਜੋ ਰਾਵਲਪਿੰਡੀ ਵਿੱਚ ਹੈ। ਆਪ ਨੇ MA ਫਾਰਸੀ ਵਿੱਚ ਕੀਤੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਦੀ ਨੌਕਰੀ ਕੀਤੀ। ਆਪ ਨੇ ਪਹਿਲਾਂ ਜੋ ਕਵਿਤਾਵਾਂ ਲਿਖੀਆਂ ਉਹ ਰੋਮਾਂਟਿਕ ਸਨ, ਪਰ ਹੌਲੀ-ਹੌਲੀ ਆਪ ਦੀਆਂ ਕਵਿਤਾਵਾਂ ਵਿੱਚੋਂ ਲੋਕਾਂ ਦੇ ਦੁੱਖ ਦਰਦ ਇੰਝ ਝਲਕਦੇ ਸਨ ਜਿਵੇਂ ਉਹ ਹਰ ਇੱਕ ਦੀ ਕਹਾਣੀ ਜਾਣਦੇ ਹੋਣ। ਜਿਵੇਂ ਅੰਬੀ ਦਾ ਬੂਟਾ। ਇੰਝ ਝਲਕਦਾ ਸੀ ਜਿਵੇਂ ਕਿਸੇ ਔਰਤ ਦਾ ਸੱਚਮੁੱਚ ਦਾ ਹੀ ਉਹ ਦਰਦ ਜਾਣਦੇ ਹੋਣ। ਕਵਿਤਾਵਾਂ ਲੋਕਾਂ ਦੇ ਦੁੱਖਾਂ, ਸੁੱਖਾਂ ਅਤੇ ਰੁਝੇਵਿਆਂ ਵਿੱਚ ਵਿਚਰ ਕੇ ਲੋਕਾਂ ਦੇ ਸਾਹਮਣੇ ਆਈਆਂ। ਬਸੰਤ ਕੌਰ ਦੀ ਮੌਤ ਮਗਰੋਂ ਆਪ ਇੱਕ ਉੱਘੇ ਸ਼ਾਇਰ ਬਣ ਗਏ। ਇਹਨਾਂ ਦੀ ਆਪਣੀ ਜ਼ਬਾਨੀ ਇਹ ਗੱਲ ਹੈ। ਕਹਿੰਦੇ ਹਨ, ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇ ਮੈਂ ਨਾ ਮਰਦੀ। ਸੋ ਉਸ ਦਾ ਦੁੱਖ ਵੀ ਇਹਨਾਂ ਦੀਆਂ ਕਵਿਤਾਵਾਂ ਵਿੱਚੋਂ ਆਮ ਝਲਕਦਾ ਹੈ। ਆਪ ਦੇ ਕਾਵਿ ਸੰਗ੍ਰਹਿ, ਕਾਵਿ ਪੁਸਤਕ ਵੱਡਾ ਵੇਲਾ ਲਈ ਆਪ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤੇ ਜੈਮੀਰ ਕਾਵਿ ਪੁਸਤਕ ਲਈ ਸੋਵੀਅਤ ਨਹਿਰੂ ਅਵਾਰਡ ਮਿਲਿਆ, ਜੋ ਲੋਕਾਂ ਦੇ ਦੁਆਰਾ ਹੀ ਦਿੱਤਾ ਗਿਆ। ਇਹਨਾਂ ਨੂੰ ਇਸ ਦੀ ਕੋਈ ਕੀਮਤ ਨਹੀਂ ਸੀ। ਕਈ ਲੋਕ ਇਸ ਨੂੰ ਅੰਬੀ ਦੇ ਬੂਟੇ ਦਾ ਸ਼ਾਇਰ ਵੀ ਜਾਣਦੇ ਹਨ। ਇਹਨਾਂ ਦੀ ਯਾਦ ਵਿੱਚ ਹਰ ਸਾਲ 20 ਅਕਤੂਬਰ ਨੂੰ ਪ੍ਰੋਫੈਸਰ ਯਾਦਗਿਰੀ ਮੇਲਾ ਲੱਗਦਾ ਹੈ। ਅਧਵਾਟੇ, ਕੁਸੰਬੜਾ, ਕੱਚ ਸੱਚ, ਆਵਾਜ਼, ਵੱਡਾ ਵੇਲਾ, ਜੰਦਰੇ, ਜੈਮੀਰ, ਬੂਹੇ ਆਦਿ ਆਪਨੇ ਪੰਜਾਬੀ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ। ਇਹ ਕਵਿਤਾ ਛੱਤੋ ਦੀ ਬੇਰੀ। ਇਸ ਕਵਿਤਾ ਦੇ ਵਿੱਚ ਕਵੀ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਤੇ ਨਾਲ ਹੀ ਨਾਲ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖੀ ਸੁਭਾਅ ਵਿੱਚ ਆਈ ਹੋਈ ਤਬਦੀਲੀ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਉਹਨਾਂ ਨੇ ਇਸ ਕਵਿਤਾ ਵਿੱਚ ਦੱਸਿਆ ਹੈ ਕਿ ਅੱਜ ਦਾ ਮਨੁੱਖ ਉਹ ਨਹੀਂ ਰਿਹਾ ਜੋ ਅੱਜ ਤੋਂ ਕਈ ਦਹਾਕੇ ਪਹਿਲਾਂ ਸੀ। ਉਹ ਆਪਣੇ ਬਚਪਨ ਦੀਆਂ ਯਾਦਾਂ ਦੱਸਦੇ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਸ ਗੁਆਂਢ ਦੇ ਵਿੱਚ ਲੱਗੀਆਂ ਹੋਈਆਂ ਬੇਰੀਆਂ, ਇੱਕ ਛੱਤੋ ਨਾਮ ਦੀ ਬੁੱਢੀ ਔਰਤ ਦੇ ਘਰ ਦੇ ਵਿੱਚ ਲੱਗੀ ਹੋਈ ਬੇਰੀ ਤੋਂ ਬੇਰ ਤੋੜਦੇ ਸੀ ਅਤੇ ਉਸ ਨੂੰ ਕਿਤੇ ਭੇਜਣ ਦਾ ਬਹਾਨਾ ਬਣਾ ਕੇ ਅਸੀਂ ਉਸਦੇ ਦੂਰ ਕਿਤੇ ਘਰ ਤੋਂ ਦੂਰ ਉਸਦੀ ਰਿਸ਼ਤੇਦਾਰੀ ਦੇ ਵਿੱਚ ਉਸ ਨੂੰ ਭੇਜ ਦਿੰਦੇ ਸੀ। ਮਗਰੋਂ ਬੇਰ ਲਾਉਂਦੇ ਸੀ, ਚੀਕ ਚਿਹਾੜਾ ਪਾਉਂਦੇ ਸੀ, ਛੱਤੋ ਆ ਜਾਂਦੀ ਸੀ ਉੱਤੋਂ, ਅਤੇ ਫਿਰ ਉਹ ਸਾਨੂੰ
ਕੁੱਟਦੀ ਸੀ ਝੂਠੀ ਮੁੱਠੀ, ਅਸੀਂ ਵੀ ਝੂਠੀ ਮੁੱਠੀ ਰੋਂਦੇ ਸੀ। ਪਰ ਉਹਦੀਆਂ ਜਿਹੜੀਆਂ ਗਾਲਾਂ ਸੀ ਉਹ ਸਾਨੂੰ ਚੰਗੀਆਂ ਲੱਗਦੀਆਂ ਸੀ। ਪਰ ਇੱਥੇ ਕਵੀ ਦੱਸਦਾ ਹੈ ਕਿ ਅੱਜ ਦਾ ਮਨੁੱਖ ਉਹ ਨਹੀਂ ਰਿਹਾ। ਅੱਜ ਜੇਕਰ ਅਸੀਂ ਕਿਸੇ ਨੂੰ ਹੱਸ ਕੇ ਵੀ ਕੁਝ ਮਜ਼ਾਕ ਕਰਦੇ ਹਾਂ ਤਾਂ ਉਹ ਗੁੱਸਾ ਕਰ ਲੈਂਦਾ, ਛੋਟੀ ਛੋਟੀ ਗੱਲ 'ਤੇ ਮਾਰ ਮੁਕਾਉਣ 'ਤੇ ਆ ਜਾਂਦਾ, ਥਾਣੇ ਨੂੰ ਭੱਜ ਜਾਂਦਾ। ਅਤੇ ਅਸੀਂ ਉਹ ਸਭ ਕੁਝ ਭੁੱਲ ਚੁੱਕੇ ਹਾਂ ਕਿ ਚਲੋ ਕੋਈ ਗੱਲ ਨਹੀਂ, ਪਹਿਲਾਂ ਵਾਲਾ ਸਮਾਂ ਨਹੀਂ ਰਿਹਾ। ਸੋ ਇਸ ਕਵਿਤਾ ਦੇ ਵਿੱਚ ਕਵੀ ਨੇ ਇਸ ਚੀਜ਼ ਨੂੰ ਵਿਸ਼ਾ ਬਣਾਇਆ ਹੈ ਕਿ ਅੱਜ ਦਾ ਮਨੁੱਖ ਪਦਾਰਥਵਾਦੀ ਹੋ ਗਿਆ। ਉਸਨੂੰ ਚੀਜ਼ਾਂ ਨਾਲ, ਵਸਤਾਂ ਨਾਲ ਮੋਹ ਹੈ, ਇਨਸਾਨ ਨਾਲ ਮੋਹ ਨਹੀਂ ਰਿਹਾ। ਸੋ ਆਪਾਂ ਹੁਣ ਇਹ ਕਵਿਤਾ ਪੜ੍ਹਾਂਗੇ, ਛੱਤੋ ਦੀ ਬੇਰੀ। ਨਾਲ ਦੀ ਨਾਲ ਮੈਂ ਤੁਹਾਨੂੰ ਔਖੇ ਸ਼ਬਦਾਂ ਦੇ ਅਰਥ ਦੱਸਦੀ ਜਾਵਾਂਗੀ। ਉਹ ਕਿੱਧਰ ਗਏ ਦਿਹਾੜੇ ਜਦ ਛੱਤੋ ਦੇ ਪਿਛਵਾੜੇ। ਦਿਹਾੜੇ ਤੋਂ ਭਾਵ ਹੁੰਦਾ ਦਿਨ, ਪਿਛਵਾੜੇ ਤੋਂ ਭਾਵ ਪਿਛਲੇ ਪਾਸੇ। ਵੀ ਉਹ ਦਿਨ ਕਿੱਥੇ ਚਲੇ ਗਏ ਜਦੋਂ ਛੱਤੋ ਮਾਈ ਦੇ ਘਰ ਦੇ ਪਿਛਲੇ ਪਾਸੇ ਸਾਂ ਬੇਰ ਛੱਤੋ ਦੇ ਢਾਂਦੇ, ਹੱਸ ਹੱਸ ਕੇ ਗਾਲਾਂ ਖਾਂਦੇ। ਵੀ ਅਸੀਂ ਛੱਤੋ ਮਾਈ ਦੇ ਬੇਰ ਤੋੜਦੇ ਸੀ, ਲਾਉਂਦੇ ਸੀ, ਅਤੇ ਉਹਦੇ ਕੋਲੋਂ ਅਸੀਂ ਹੱਸ ਹੱਸ ਕੇ ਝਿੜਕਾਂ ਖਾਂਦੇ ਸੀ, ਗਾਲਾਂ ਖਾਂਦੇ ਸੀ। ਕਰ ਲਾਗੇ ਸਿਰੀਆਂ ਤੋਂ ਭਾਵ ਸਿਰ। ਉਹ ਬੇਰੀ ਥੱਲੇ ਬਹਿਣਾ, ਥੋੜ੍ਹੀ ਜਿਹੀ ਕੁਰਕੁਰ ਮਗਰੋਂ ਫਿਰ ਜਾ ਛੱਤੋ ਨੂੰ ਕਹਿਣਾ। ਕਵੀ ਹੁਣ ਕਹਿੰਦਾ ਹੈ ਕਿ ਅਸੀਂ ਆਪਣੇ ਸਿਰ ਸੀ ਜਿਹੜੇ ਨੇੜੇ ਕਰਕੇ ਸਲਾਹ ਮਸ਼ਵਰਾ ਕਰਕੇ, ਥੋੜ੍ਹੀ ਜਿਹੀ ਕੁਰਕੁਰ ਕਰਨੀ ਮਤਲਬ ਸਲਾਹ ਮਸ਼ਵਰਾ ਕਰਨਾ, ਸਲਾਹ ਮਸ਼ਵਰਾ ਕਰਕੇ ਅਸੀਂ ਕਹਿੰਦਾ ਛੱਤੋ ਨੂੰ ਜਾ ਕੇ ਕਹਿੰਦੇ ਸੀ। ਕੀ ਕਹਿੰਦੇ ਸੀ ਛੱਤੋ ਨੂੰ ਜਾ ਕੇ? ਛੇਤੀ ਕਰ ਬੇਬੇ ਛੱਤੋ, ਤੈਨੂੰ ਸੱਦਦੀ ਭੂਆ ਸੱਤੋ। ਉਹਨੂੰ ਕਹਿੰਦੇ ਸੀ ਵੀ ਤੈਨੂੰ ਭੂਆ ਸੱਤੋ ਸੱਦ ਰਹੀ ਹੈ ਅਤੇ ਤੂੰ ਛੇਤੀ ਕਰ, ਛੇਤੀ ਨਾਲ ਤਿਆਰ ਹੋ ਜਾ, ਤੈਨੂੰ ਭੂਆ ਛੱਤੋ ਸੱਦ ਰਹੀ ਹੈ। ਛੱਤੋ ਭੂਆ ਨੂੰ ਕਹਿੰਦੇ ਤੈਨੂੰ ਸੱਤੋ ਭੂਆ ਸੱਦ ਰਹੀ ਹੈ। ਇਸ ਕਰਕੇ ਉਹ ਉਸ ਨੂੰ ਇਸ ਕਰਕੇ ਭੇਜਦੇ ਸੀ ਤਾਂ ਜੋ ਆਪਣਾ ਕੰਮ ਕਰ ਸਕਣ, ਆਪਣੇ ਬੇਰ ਤੋੜ ਸਕਣ, ਆਪਣਾ ਆਨੰਦ ਮਾਣ ਸਕਣ, ਬੇਰੀ 'ਤੇ ਚੜ੍ਹ ਕੇ ਖੂਬ ਬੇਰ ਖਾ ਸਕਣ। ਉਸ ਜਾਣਾ ਹੌਲੀ ਹੌਲੀ, ਹੁਣ ਉਹ ਬੁੱਢੀ ਸੀ, ਹੌਲੀ ਹੌਲੀ ਜਾਂਦੀ ਸੀ। ਅਸਾਂ ਕਰਕੇ ਫੁਰਤੀ ਛੋਲੀ। ਉਹ ਕਹਿੰਦੇ ਵੀ ਅਸੀਂ ਫੁਰਤੀ ਛੋਲੀ ਦੇ ਨਾਲ, ਤੇਜ਼ੀ ਦੇ ਨਾਲ, ਫੁਰਤੀ ਤੋਂ ਪਾਉਂਦਾ ਤੇਜ਼ੀ ਦੇ ਨਾਲ ਅਸਾਂ ਕਰਕੇ ਫੁਰਤੀ ਛੋਲੀ, ਗਾਲੜ ਵਾਂਗੂ ਚੜ੍ਹ ਜਾਣਾ। ਵੀ ਜਿਸ ਤਰ੍ਹਾਂ ਗਲਹਿਰੀ, ਕਾਟੋ ਵੀ ਅਸੀਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਵੀ ਜਿਸ ਤਰ੍ਹਾਂ ਗਲਹਿਰੀ ਪੇੜ 'ਤੇ ਚੜ੍ਹ ਜਾਂਦੀ ਆ, ਉਸ ਦੀ ਤਰ੍ਹਾਂ ਅਸੀਂ ਗਾਲੜ ਦੀ ਤਰ੍ਹਾਂ, ਕਾਟੋ ਦੀ ਤਰ੍ਹਾਂ ਬੇਰੀ 'ਤੇ ਚੜ੍ਹ ਜਾਂਦੇ ਸੀ। ਅਤੇ ਉਸਦੇ ਗਏ ਹੀ ਮਗਰੋਂ ਬੇਰਾਂ ਦਾ ਮੀਂਹ ਵਰਾਣਾ। ਵੀ ਇਸ ਤਰ੍ਹਾਂ ਬੇਰ ਥੱਲੇ ਸੁੱਟਦੇ ਸੀ ਜਿਵੇਂ ਬੇਰਾਂ ਦਾ ਮੀਂਹ ਪੈ ਰਿਹਾ ਹੋਵੇ। ਆਪੀ ਤਾਂ ਚੁਣ ਖਾਣੇ, ਸ਼ੋਰਾਂ ਨੂੰ ਦਬਕੇ ਲਾਣੇ। ਹੁਣ ਜਿਹੜਾ ਬੇਰੀ 'ਤੇ ਚੜ੍ਹਿਆ ਹੁੰਦਾ ਸੀ ਉਹ ਸੋਹਣੇ ਪੱਕੇ ਰਸੇ ਵੇ ਬੇਰਾਂ ਨੂੰ ਚੁਣ ਕੇ ਖਾਂਦਾ ਸੀ। ਜਿਹਦੇ 'ਤੇ ਉਹਦਾ ਮਨ ਆ ਗਿਆ, ਦੇਖਿਆ ਵੀ ਬਹੁਤ ਪੱਕਿਆ ਹੋਇਆ, ਉਹਨੂੰ ਚੁਣ ਕੇ ਖਾ ਲੈਂਦਾ ਸੀ। ਅਤੇ ਬਾਕੀ ਸ਼ੋਰਾਂ ਨੂੰ ਦਬਕੇ ਲਾਣੇ। ਸ਼ੋਰਾਂ ਮੀਨਸ ਬੱਚੇ, ਛੋਟੇ ਬੱਚੇ, ਵੀ ਉਹਨਾਂ ਨੂੰ ਅਸੀਂ ਡਾਂਟਦੇ ਸੀ, ਝਿੜਕਦੇ ਸੀ। ਕੀ ਝਿੜਕਦੇ ਸੀ, ਕੀ ਕਹਿੰਦੇ ਸੀ ਉਹਨਾਂ ਨੂੰ? ਬੱਚੂ ਹਰਨਾਮਿਆਂ ਖਾ ਲੈ। ਉਹਨਾਂ ਨੂੰ ਝਿੜਕ ਕੇ ਗੱਲ ਕਹਿੰਦੇ ਸੀ ਵੀ ਤੁਸੀਂ ਫਟਾਫਟ ਖਾ ਲਓ, ਸੰਤੂ ਡੱਬਾਂ ਵਿੱਚ ਪਾ ਲੈ। ਡੱਬਾਂ ਤੋਂ ਭਾਵ ਹੁੰਦਾ ਜੇਬ, ਜੋ ਨੇਫੇ ਦੇ ਕੋਲੇ ਬਣਦੀ ਹੈ। ਪੁਰਾਣੇ ਜ਼ਮਾਨੇ 'ਚ ਲੋਕ ਨੇਫੇ ਦੇ ਕੋਲ ਇੱਕ ਜੇਬ ਬਣਾਉਂਦੇ ਸੀ, ਉਹਨੂੰ ਡੱਬ ਕਿਹਾ ਜਾਂਦਾ ਸੀ। ਵੀ ਉਹ ਸੰਤੂ ਨੂੰ ਅਸੀਂ ਕਹਿੰਦੇ ਸੀ ਵੀ ਤੂੰ ਇਸ ਨੂੰ ਆਪਣੀ ਜੇਬ ਵਿੱਚ ਪਾ ਲੈ। ਖਾ ਖੂ ਕੇ ਥੱਲੇ ਲਹਿਣਾ। ਉਹ ਕਹਿੰਦੇ ਫਿਰ ਅਸੀਂ ਉੱਥੋਂ ਬੇਰ ਖਾ ਕੇ ਥੱਲੇ ਸੁੱਟ ਕੇ ਫਿਰ ਥੱਲੇ ਆ ਜਾਂਦੇ ਸੀ। ਫਿਰ ਬਣ ਵਰਤਾਰੇ ਬਹਿਣਾ, ਵੀ ਫਿਰ ਅਸੀਂ ਬੇਰਾਂ ਨੂੰ ਵਰਤਾਉਣ ਲਈ ਬੈਠ ਜਾਂਦੇ ਸੀ, ਵੀ ਸਭ ਦੇ ਹਿੱਸੇ ਪਾਉਣੇ। ਕੁਝ ਵੰਡ ਕਰਾਈ ਲੈਣੀ, ਕੁਝ ਕੰਡੇ 'ਚ ਪਾਈ ਲੈਣੀ। ਹੁਣ ਜਿਹੜਾ ਬੰਦਾ ਉੱਪਰ ਗਿਆ ਹੁੰਦਾ ਸੀ ਬੇਰੀ 'ਤੇ, ਜਿਹੜਾ ਬੱਚਾ, ਉਹ ਆਪਣਾ ਦੁੱਗਣਾ ਹਿੱਸਾ ਮੰਗਦਾ ਸੀ। ਇੱਕ ਤਾਂ ਉਹ ਹਿੱਸਾ ਮੰਗਦਾ ਸੀ ਵੀ ਮੇਰੇ ਕੰਡੇ ਚੁਭਿਆ ਬਈ, ਮੈਂ ਬੇਰੀ 'ਤੇ ਚੜ੍ਹਿਆ। ਦੂਜਾ ਇਹ ਉਹ ਹਿੱਸਾ ਮੰਗਦਾ ਸੀ ਕਿ ਮੈਂ ਤੁਹਾਨੂੰ ਹਿੱਸੇ ਪਾ ਕੇ ਦੇਣੇ ਆ। ਕੁਝ ਕੰਡੇ ਚਬਾਈ ਲੈਣੀ, ਕੁਝ ਵੰਡ ਕਰਾਈ ਲੈਣੀ। ਵੀ ਕੁਝ ਤਾਂ ਕੰਡੇ ਚਬਾਉਣ ਦਾ ਹਿੱਸਾ ਲੈ ਲੈਣਾ,
ਵੀ ਸਾਡੇ ਕੰਡੇ ਚੁੱਭੇ ਹੈ, ਕੁਝ ਉਹਨੇ ਇਹ ਹਿੱਸਾ ਲੈਣਾ ਕਿ ਮੈਂ ਤੁਹਾਨੂੰ ਵੰਡ ਕੇ ਦੇਣ ਲੱਗਾ। ਫਿਰ ਚੀਕ ਚਿਹਾੜਾ ਪਾਣਾ, ਉੱਤੋਂ ਛੱਤੋ ਦਾ ਆ ਜਾਣਾ। ਹੁਣ ਕਵੀ ਕੀ ਕਹਿੰਦਾ ਵੀ ਫਿਰ ਬੱਚੇ ਇਸ ਗੱਲ ਨੂੰ ਮੰਨਦੇ ਨਹੀਂ ਸੀ ਹੁੰਦੇ ਵੀ ਅਸੀਂ ਦੁੱਗਣਾ ਹਿੱਸਾ ਨਹੀਂ ਦੇਣਾ। ਰੌਲਾ ਪੈ ਜਾਂਦਾ ਸੀ, ਚੀਕ ਚਿਹਾੜਾ ਤੋਂ ਪਾ ਹੁੰਦਾ ਰੌਲਾ, ਅਤੇ ਸਾਡਾ ਰੌਲਾ ਸੁਣ ਕੇ ਫਿਰ ਛੱਤੋ ਆ ਜਾਂਦੀ ਸੀ। ਉਸ ਝੂਠੀ ਮੁੱਠੀ ਕੁੱਟਣਾ, ਅਸੀਂ ਝੂਠੀ ਮੁੱਠੀ ਰੋਣਾ। ਹੁਣ ਕਵੀ ਕੀ ਕਹਿੰਦਾ ਕਿ ਉਹਨੇ ਸਾਨੂੰ ਝੂਠੀ ਮੁੱਠੀ ਕੁੱਟਣਾ, ਸਾਡੇ ਕੰਨ ਫੜਨੇ, ਸਾਡੀ ਗਰਦਨ ਫੜਨੀ, ਅਤੇ ਅਸੀਂ ਝੂਠੀ ਮੁੱਠੀ ਹੀ ਰੋਣ ਲੱਗ ਪੈਣਾ। ਉਸ ਧੌਣ ਸਾਡੀ ਛੱਟਣੀ, ਅਸਾਂ ਟੱਪ ਕੇ ਪਰੇ ਖਲੋਣਾ। ਵੀ ਉਹਨੇ ਜਿਵੇਂ ਅਸੀਂ ਰੋਣ ਲੱਗਣਾ ਝੂਠੀ ਮੁੱਠੀ, ਉਹਨੇ ਸਾਡੀ ਧੌਣ ਛੱਡ ਦੇਣੀ। ਕਿਉਂਕਿ ਲੋਕਾਂ ਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਲੋਕਾਂ ਨੂੰ ਬੱਚਿਆਂ 'ਤੇ ਦਇਆ ਆ ਜਾਂਦੀ ਸੀ, ਕੋਈ ਈਰਖਾ ਨਹੀਂ ਸੀ ਕਰਦਾ ਬੱਚਿਆਂ ਦੇ ਨਾਲ। ਇਸ ਕਰਕੇ ਉਹ ਕਹਿੰਦੇ ਸਾਨੂੰ ਝੂਠੀ ਮੁੱਠੀ ਉਹ ਕੁੱਟਦੀ ਸੀ, ਅਸੀਂ ਝੂਠੀ ਮੁੱਠੀ ਰੋਂਦੇ ਸੀ, ਉਹ ਸਾਡੀ ਝੂਠੀ ਮੁੱਠੀ ਧੌਣ ਛੱਡ ਦਿੰਦੀ ਸੀ ਅਤੇ ਅਸੀਂ ਟੱਪ ਕੇ ਪਰੇ ਖਲੋ ਜਾਂਦੇ ਸੀ। ਉਸ ਗਾਲਾਂ ਦੇਣੀਆਂ ਖੱਲ ਕੇ ਅਸਾਂ ਗਾਉਣਾ ਅੱਗੋਂ ਰਲ ਕੇ। ਵੀ ਉਹਨੇ ਖੁੱਲ੍ਹ ਕੇ ਸਾਨੂੰ ਗਾਲਾਂ ਦੇਣੀਆਂ ਅਤੇ ਅੱਗੋਂ ਅਸੀਂ ਕੀ ਕਰਨਾ, ਉਹਨੂੰ ਚੜਾਉਣ ਵਾਸਤੇ ਅਸੀਂ ਅੱਗੋਂ ਗੀਤ ਗਾਉਣੇ। ਛੱਤੋ ਮਾਈ ਦੀਆਂ ਗਾਲਾਂ ਹਨ ਦੁੱਧ ਅਤੇ ਘਿਓ ਦੀਆਂ ਨਾਲਾਂ। ਕਵੀ ਕਹਿੰਦਾ ਵੀ ਛੱਤੋ ਦੀਆਂ ਗਾਲਾਂ ਸਾਨੂੰ ਇੰਝ ਲੱਗਦੀਆਂ ਸੀ ਜਿਸ ਤਰ੍ਹਾਂ ਦੁੱਧ ਅਤੇ ਘਿਓ ਸਰੀਰ ਨੂੰ ਤਾਕਤ ਦਿੰਦੇ ਹੈ, ਵੀ ਉਹਦੀਆਂ ਗਾਲਾਂ ਵੀ ਸਾਨੂੰ ਚੰਗੀਆਂ ਲੱਗਦੀਆਂ ਸੀ। ਇੱਥੋਂ ਤੱਕ ਬੱਚਿਓ ਕਵੀ ਨੇ ਦੱਸਿਆ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਕੀ ਕਰਦੇ ਸੀ, ਪੁਰਾਣਾ ਜ਼ਮਾਨਾ ਕਿੱਦਾਂ ਦਾ ਸੀ। ਇਸ ਤੋਂ ਆਉਣ ਵਾਲੀਆਂ ਸਤਰਾਂ ਦੇ ਵਿੱਚ ਕਵੀ ਦੱਸਦਾ ਹੈ ਕਿ ਅੱਜ ਕੀ ਹੋ ਗਿਆ, ਅੱਜ ਦਾ ਜ਼ਮਾਨਾ ਕੀ ਬਣ ਗਿਆ। ਅੱਜ ਓਏ ਜੇ ਕੋਈ ਆਖੇ, ਕਵੀ ਕਹਿੰਦਾ ਕਿ ਜੇਕਰ ਅੱਜ ਸਾਨੂੰ ਓਏ ਵੀ ਕੋਈ ਕਹਿ ਦਿੰਦਾ ਵੀ ਜਰਾ ਜਿੰਨਾ ਵੀ ਅਸੀਂ ਕਿਸੇ ਤੋਂ ਕੁਝ ਸੁਣਨਾ ਨਹੀਂ ਚਾਹੁੰਦੇ, ਅਸੀਂ ਅੱਜ ਓਏ ਜੇ ਕੋਈ ਆਖੇ ਅਸੀਂ ਹੋਈਏ ਲੋਹੇ ਲਾਖੇ। ਲੋਹੇ ਲਾਖੇ ਤੋਂ ਭਾਵ ਹੁੰਦਾ ਗੁੱਸੇ ਹੋਣਾ, ਗੁੱਸੇ 'ਚ ਲਾਲ ਹੋ ਜਾਣਾ। ਵੀ ਜੇਕਰ ਸਾਨੂੰ ਕੋਈ ਓਏ ਵੀ ਕਹਿੰਦਾ ਤਾਂ ਅਸੀਂ ਗੁੱਸੇ 'ਚ ਲਾਲ ਹੋ ਜਾਂਦੇ ਹਾਂ। ਅੱਜ ਸਾਨੂੰ ਕੋਈ ਜੇ ਘੂਰੇ, ਅਸੀਂ ਚੁੱਕ ਚੁੱਕ ਪਈਏ ਹੂਰੇ। ਹੂਰੇ ਤੋਂ ਭਾਵ ਹੁੰਦਾ ਮੁੱਕੇ। ਵੀ ਜੇਕਰ ਸਾਨੂੰ ਕੋਈ ਘੂਰਦਾ ਡਾਂਟਦਾ ਤਾਂ ਅਸੀਂ ਅੱਗੋਂ ਮੁੱਕੇ ਚੁੱਕਣ ਤੱਕ ਤਿਆਰ ਜਾਂਦੇ ਹਾਂ। ਗਾਲਾਂ ਰਹੀਆਂ ਇੱਕ ਪਾਸੇ, ਅਸੀਂ ਝੱਲ ਨਾ ਸਕੀਏ ਹਾਸੇ। ਕਵੀ ਕੀ ਕਹਿੰਦਾ ਹੈ ਕਿ ਗਾਲਾਂ ਤਾਂ ਬੜੀ ਦੂਰ ਦੀ ਗੱਲ ਹੈ, ਵੀ ਸਾਨੂੰ ਕੋਈ ਗਾਲ ਕੱਢੇ ਅਤੇ ਅਸੀਂ ਚੁੱਪ ਹੋ ਜਾਈਏ। ਨਹੀਂ, ਕਹਿੰਦਾ ਅਸੀਂ ਕਿਸੇ ਦੇ ਹਾਸੇ 'ਚ ਕੀਤਾ ਹੋਇਆ ਮਜ਼ਾਕ ਵੀ ਨਹੀਂ ਸਹਿੰਦੇ। ਗੱਲ ਗੱਲ 'ਤੇ ਭੱਜੀਏ ਥਾਣੇ, ਅਸੀਂ ਭੁੱਲ ਬੈਠੇ ਉਹ ਜਾਣੇ। ਕਵੀ ਕਹਿੰਦਾ ਕਿ ਅਸੀਂ ਗੱਲ ਗੱਲ 'ਤੇ, ਛੋਟੀ ਛੋਟੀ ਗੱਲ 'ਤੇ ਥਾਣੇ ਨੂੰ ਪਹੁੰਚ ਜਾਂਦੇ ਹਾਂ। ਅਸੀਂ ਉਹ ਸਮਾਂ ਭੁੱਲ ਚੁੱਕੇ ਹਾਂ ਵੀ ਉਹ ਜਾਣੇ ਕੋਈ ਗੱਲ ਨਹੀਂ, ਅਸੀਂ ਇਹ ਸਾਰੀ ਚੀਜ਼ ਭੁੱਲ ਚੁੱਕੇ ਹਾਂ। ਬਦਲੇ ਲੈਣ ਦੀ ਭਾਵਨਾ ਹੋ ਗਈ ਸਾਡੇ ਵਿੱਚ। ਅਸੀਂ ਇਹ ਚੀਜ਼ ਨੂੰ ਭੁੱਲ ਚੁੱਕੇ ਹਾਂ ਕਿ ਉਹ ਜਾਣੇ ਕੋਈ ਗੱਲ ਨਹੀਂ, ਕਹਿ ਗਿਆ ਤਾਂ ਕੋਈ ਕਹਿ ਗਿਆ ਕੋਈ ਗੱਲ ਨਹੀਂ, ਕਿਸੇ ਨੇ ਕੁਛ ਕਹਿ ਤਾ ਤਾਂ ਕੋਈ ਗੱਲ ਨਹੀਂ। ਅਸੀਂ ਅੱਜ ਇਸ ਚੀਜ਼ ਨੂੰ ਭੁੱਲ ਚੁੱਕੇ ਹਾਂ। ਉਹ ਕਿੱਧਰ ਗਏ ਦਿਹਾੜੇ ਜਦ ਛੱਤੋ ਦੇ ਪਿਛਵਾੜੇ, ਸਾਂ ਬੇਰ ਛੱਤੋ ਦੇ ਟਾਂਦੇ, ਹੱਸ ਹੱਸ ਕੇ ਗਾਲਾਂ ਖਾਂਦੇ। ਵੀ ਉਹ ਦਿਨ ਕਿੱਥੇ ਚਲੇ ਗਏ ਜਦੋਂ ਅਸੀਂ ਛੱਤੋ ਮਾਈ ਦੇ ਘਰ ਦੇ ਪਿਛਲੇ ਪਾਸੇ ਬੇਰੀ ਤੋਂ ਬੇਰ ਤੋੜਦੇ ਸੀ ਅਤੇ ਹੱਸ ਹੱਸ ਕੇ ਉਹਦੀਆਂ ਗਾਲਾਂ ਖਾਂਦੇ ਸੀ। ਕਵੀ ਇਸ ਕਵਿਤਾ ਦੇ ਵਿੱਚ ਅਫਸੋਸ ਜ਼ਾਹਰ ਕਰਦਾ ਹੈ ਕਿ ਉਹ ਦਿਨ, ਉਹ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਾ ਹੋਇਆ ਅਫਸੋਸ ਜ਼ਾਹਰ ਕਰਦਾ ਹੈ ਕਿ ਉਹ ਦਿਨ ਕਿੱਥੇ ਚਲੇ ਗਏ ਜਦੋਂ ਅਸੀਂ ਹਾਸੇ ਖੇਡੇ ਕਰਦੇ ਸੀ। ਕੋਈ ਕਿਸੇ ਦੇ ਓਏ ਕਹਿਣ 'ਤੇ, ਮਾਰਨ 'ਤੇ, ਡਾਂਟਣ 'ਤੇ ਕੋਈ ਗੁੱਸਾ ਨਹੀਂ ਸੀ ਕਰਦਾ। ਪਰ ਅੱਜ ਦਾ ਯੁੱਗ ਹੈ ਜਿਹੜਾ ਪਦਾਰਥਵਾਦੀ ਯੁੱਗ ਹੋ ਗਿਆ ਹੈ। ਧੰਨਵਾਦ।